सत श्री अकाल, नमस्ते जी आया ਨੂੰ ਬੱਚਿਓ। ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਮੇਰੇ ਚੈਨਲ ਪੰਜਾਬੀ ਲਰਨਿੰਗ ਵਿਦ ਮੋਹਿਤਾ ਵਿੱਚ। ਸੋ ਅੱਜ ਦੀ ਲੜੀ ਵਿੱਚ ਅਸੀਂ ਅਗਲਾ ਪਾਠ ਕਰਨ ਜਾ ਰਹੇ ਹਾਂ, ਉਹ ਹੈ 10th ਕਲਾਸ ਦੀ ਕਵਿਤਾ ਗੁਰੂ ਉਪਦੇਸ਼, ਜੋ ਕਿ ਲਿਖੀ ਕਿਸਦੀ ਹੋਈ ਹੈ ਪਵਨ ਹਰਚੰਦਪੁਰੀ ਜੀ ਦੀ। ਬਹੁਤ ਹੀ ਵਧੀਆ ਕਵਿਤਾ ਹੈ। ਇਸ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਸਿੱਖ ਧਰਮ ਬਾਰੇ ਲਿਖਿਆ ਹੋਇਆ ਬਹੁਤ ਕੁਝ ਮਿਲੇਗਾ। ਇਸ ਕਵਿਤਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ 10ਵੀਂ ਪਾਤਸ਼ਾਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸੇ ਦੀ ਸਾਜਨਾ ਤੋਂ ਬਾਅਦ ਉਹਨਾਂ ਨੂੰ ਉਸ ਜੀਵਨ ਜਾਂਚ, ਜੀਵਨ ਫਰਜ਼ਾਂ ਬਾਰੇ ਜੋ ਕੁਝ ਵੀ ਦੱਸਿਆ ਗਿਆ ਹੈ ਉਹ ਇਸ ਕਵਿਤਾ ਵਿੱਚ ਦਰਜ ਹੈ। 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਬਾਅਦ ਜੋ ਆਪਣੇ ਸਿੰਘਾਂ ਨੂੰ ਉਪਦੇਸ਼ ਦਿੱਤਾ, ਜੀਵਨ ਦੇ ਫਰਜ਼ ਦੱਸੇ, ਜੀਵਨ ਬਾਰੇ ਸਮਝਾਇਆ, ਉਹ ਅਸੀਂ ਕਵਿਤਾ ਵਿੱਚ ਜਿਹੜਾ ਹੈ ਪੜਾਂਗੇ। ਸੋ ਇਸ ਨੂੰ ਧਿਆਨ ਨਾਲ ਸੁਣਨਾ। ਸੋ ਪਹਿਲੇ ਪੈਰੇ ਵਿੱਚ ਕਵੀ ਕਹਿ ਰਿਹਾ ਹੈ, ਜੋ ਪਵਨ ਹਰਚੰਦਪੁਰੀ ਦੀ ਲਿਖੀ ਹੋਈ ਹੈ, ਦਸੇ ਗੁਰੂਆਂ ਸਿੱਖੀ ਦੀ ਜੋਤ ਬਾਲੀ। ਕਵੀ ਕਹਿੰਦਾ ਕਿ 10 ਸਿੱਖ ਗੁਰੂ ਹੋਏ ਹਨ। ਦਸਾਂ ਸਿੱਖ ਗੁਰੂ ਸਾਹਿਬਾਂ ਨੇ ਸਿੱਖੀ ਦੀ ਜੋਤ ਨੂੰ ਬਾਲਿਆ ਹੈ, ਯਾਨੀ ਕਿ ਸਿੱਖ ਧਰਮ ਦੀ ਜਿਹੜੀ ਨੀਂਹ ਰੱਖੀ ਹੈ। ਰੋਸ਼ਨ ਸ਼ਮਾ ਰਹੇਗੀ ਇਹ ਜਗ ਅੰਦਰ, ਤੇ ਉਹਨਾਂ ਦੁਆਰਾ ਬਾਲੀ ਗਈ ਜਿਹੜੀ ਇਹ ਸ਼ਮਾ ਹੈ, ਯਾਨੀ ਕਿ ਜਿਹੜਾ ਸਿੱਖ ਧਰਮ ਹੈ, ਇਸ ਸੰਸਾਰ ਵਿੱਚ ਹਮੇਸ਼ਾ ਜਿਹੜਾ ਕੀ ਹੈ ਰੋਸ਼ਨ ਰਹੇਗਾ। ਨੂਰੀ ਬਾਲੂ ਚਿਰਾਗ ਇਹ ਸੋਚ ਅੰਦਰ, ਕਿ ਸਿੱਖੀ ਦੀ ਇਹ ਜਿਹੜੀ ਸ਼ਮਾ ਹੈ, ਜੋ ਇਹ ਸਿੱਖ ਧਰਮ ਹੈ, ਇਹ ਮਨੁੱਖੀ ਮਨਾਂ ਵਿੱਚ ਜਿਹੜੇ ਕਿ ਗਿਆਨ ਦਾ ਜਿਹੜਾ ਚਿਰਾਗ ਹੈ ਉਸ ਨੂੰ ਹਮੇਸ਼ਾ ਜਗਦਾ ਹੋਏ ਰੱਖਣਗੇ। ਯਾਨੀ ਕਿ ਇਹਨਾਂ ਦੇ ਇਹ ਸਿੱਖ ਜਿਹੜੇ 10 ਸਿੱਖ ਗੁਰੂ ਹੋਏ ਹਨ, ਉਹਨਾਂ ਨੇ ਇੰਨੇ ਚੰਗੇ ਉਪਦੇਸ਼ ਦਿੱਤੇ ਹਨ, ਇੰਨੀਆਂ ਚੰਗੀਆਂ ਗੱਲਾਂ ਸਮਝਾਈਆਂ ਹਨ, ਇੰਨੀਆਂ ਵਧੀਆ ਚੀਜ਼ਾਂ ਦੀ ਨੀਂਹ ਰੱਖੀ ਹੈ ਸਿੱਖ ਧਰਮ ਨੂੰ ਬਣਾਉਣ ਵਾਸਤੇ, ਕਿ ਇਹ ਜਦ ਤੱਕ ਇਹ ਦੁਨੀਆ ਰਹੇਗੀ ਤਦ ਤੱਕ ਸਿੱਖ ਧਰਮ ਰਹੇਗਾ, ਔਰ ਤਦ ਤੱਕ ਇਹਨਾਂ ਦੇ ਜਿਹੜੇ ਦੱਸੇ ਹੋਏ ਉਪਦੇਸ਼ ਨੇ ਉਹ ਇਸ ਦੁਨੀਆ 'ਤੇ ਰਹਿਣਗੇ, ਔਰ ਮਨੁੱਖ ਨੂੰ ਚੰਗੀ ਰਾਹ 'ਤੇ ਚੱਲਣ ਵਾਸਤੇ ਸੁਚੇਤ ਜਿਹੜਾ ਕਰਦੇ ਰਹਿਣਗੇ। ਸੂਰਜ ਵਾਂਗ ਲਿਸ਼ਕਾਏਗੀ ਮਨ ਮੰਦਰ, ਕਿ ਇਹ ਜਿਹੜੀ ਧਰਮ ਦੀ ਜਿਹੜੀ ਰੋਸ਼ਨੀ ਹੈ, ਮਨ ਮੰਦਰ ਹਮੇਸ਼ਾ ਸੂਰਜ ਦੀ ਰੋਸ਼ਨੀ ਵਾਂਗ ਚਮਕਾ ਕੇ ਰੱਖੇਗੀ, ਯਾਨੀ ਕਿ ਅਗਿਆਨਤਾ ਦੇ ਹਨੇਰੇ ਤੋਂ ਦੂਰ ਰੱਖਣਗੇ। ਫਿਰ ਅਗਲੇ ਪੈਰੇ ਵਿੱਚ ਕਹਿ ਰਹੇ ਹਨ, ਰਹਿਮ ਧਰਮ ਤੇ ਕਰਮ ਦੀ ਸਾਂਝ ਗੂੜੀ। ਗੁਰੂ ਜੀ ਨੇ ਖਾਲਸਾ ਪੰਥ ਦੀ ਸਾਜਨਾ ਵਿੱਚ ਆਪਣੇ ਸਿੰਘਾਂ ਨੂੰ ਉਪਦੇਸ਼ ਦਿੱਤਿਆਂ ਕਿਹਾ ਸੀ ਕਿ ਜੀਵਨ ਵਿੱਚ ਜਿਹੜਾ ਸਿੱਖ ਧਰਮ ਹੈ ਉਸ ਵਿੱਚ ਜਿਹੜਾ ਤੁਸੀਂ ਹੈ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਰੱਖਣਾ ਹੈ। ਰਹਿਮ, ਧਰਮ ਤੇ ਕਰਮ, ਇਹਨਾਂ ਤਿੰਨਾਂ ਦਾ ਆਪਸ ਵਿੱਚ ਗਹਿਰਾ ਸੰਬੰਧ ਹੈ। ਇਹਨਾਂ ਦੀ ਸਾਂਝ ਜਿਹੜੀ ਹੈ ਗੂੜੀ ਹੈ, ਕਿ ਜਿਸ ਤਰ੍ਹਾਂ ਗਊ ਗਰੀਬ ਹੈ, ਗਊ ਹੋ ਗਈ ਗਰੀਬ ਉੱਤੇ, ਉਹਨਾਂ 'ਤੇ ਰਹਿਮ ਕਰਨਾ ਹੈ, ਉਹਨਾਂ ਨੂੰ ਮਾਰਨਾ ਨਹੀਂ ਹੈ, ਉਹਨਾਂ ਦੀ ਹਮੇਸ਼ਾ ਜਿਹੜੀ ਹੈ ਮਦਦ ਕਰਨੀ ਹੈ, ਆਪਣੇ ਧਰਮ ਜਿਹੜਾ ਸਿਖਾਇਆ ਉਸੇ ਉੱਤੇ ਚੱਲਣਾ ਹੈ। 10 ਨੌਆਂ ਦੀ ਜਿਹੜੀ ਮਿਹਨਤ ਦੀ ਕਮਾਈ ਹੈ, ਕਿਰਤ ਕਰਨੀ ਹੈ, ਉਹ ਕਰਨੀ ਹੈ, ਆਪਣੀ ਕਮਾਈ ਦਾ ਦਸਵੰਧ ਕੱਢਣਾ ਹੈ, ਦੂਜਿਆਂ ਦਾ ਹਮੇਸ਼ਾ ਭਲਾ ਕਰਨਾ ਹੈ। ਕਦੇ ਤੋੜਨੀ ਨਹੀਂ ਤੁਸੀਂ ਮੂਲ ਸਿੰਘੋ, ਕਿ ਇਹਨਾਂ ਤਿੰਨਾਂ ਦੀ ਜਿਹੜੀ ਇਹਨਾਂ ਤਿੰਨਾਂ ਬਾਰੇ ਤੁਹਾਨੂੰ ਜਿਹੜੀ ਸਮਝਾਇਆ ਗਿਆ, ਉਪਦੇਸ਼ ਦਿੱਤੇ ਗਏ ਹੈ, ਇਹਨਾਂ ਨੂੰ ਤੁਸੀਂ ਤੋੜਨਾ ਨਹੀਂ ਹੈ। ਆਪਣੇ ਕਰਤੱਵ ਉੱਤੇ ਤੇ ਕਰਤੱਵ ਦੀ ਸਾਂਝ ਨੂੰ ਜਿਹੜਾ ਕਿ ਕਾਇਮ ਰੱਖਣਾ ਹੈ, ਇਸ ਨੂੰ ਕਦੇ ਵੀ ਤੋੜਨਾ ਨਹੀਂ ਹੈ। ਜਦੋਂ ਸਿੱਖੀ ਜੀਵਨ ਜਾਂਚ ਵਿੱਚ ਕਹਿੰਦੇ ਇਹਨਾਂ ਤਿੰਨਾਂ ਦੀ ਸਾਂਝ ਨਾ ਰਹੀ, ਅਗਰ ਇਹ ਤਿੰਨੇ ਚੀਜ਼ਾਂ ਨਾ ਰਹੀਆਂ ਸਿੱਖ ਧਰਮ ਵਿੱਚ, ਸਾੜ ਦੇਵੇ ਅੱਗ ਘਰ ਆਪਣੇ ਵੀ, ਕਦੇ ਦੇਣੀ ਨਾ ਅੱਗ ਨੂੰ ਤੂਲ ਸਿੰਘੋ। ਕਹਿੰਦੇ ਕਿ ਜਦੋਂ ਸਿੱਖੀ ਜੀਵਨ ਜਾਂਚ ਵਿੱਚ ਇਹਨਾਂ ਤਿੰਨਾਂ ਦੀ ਅਗਰ ਸਾਂਝ ਨਾ ਰਹੇ ਤਾਂ ਇਹ ਜਿਹੜੀ ਅੱਗ ਹੈ ਆਪਣੇ ਘਰ ਨੂੰ ਹੀ ਫੂਕ ਦਿੰਦੀ ਹੈ, ਯਾਨੀ ਕਿ ਤੁਹਾਨੂੰ ਵੀ ਆਪਣੇ ਆਪ ਨੂੰ ਵੀ ਜਲਾ ਦੇਗੀ, ਖਤਮ ਕਰ ਦੇਗੀ, ਅਗਰ ਤੁਸੀਂ ਆਪਣੇ ਵਿੱਚ ਅੰਦਰੋਂ ਇਹ ਤਿੰਨੋਂ ਗੁਣ ਰਹਿਮ, ਕਰ, ਧਰਮ ਤੇ ਕਰਮ ਨੂੰ ਖਤਮ ਕਰਦੇ ਹੋ ਤੇ। ਸੋ ਇਸ ਨੂੰ ਖਤਮ ਨਹੀਂ ਕਰਨਾ। ਜੀਵਨ ਜਾਂਚ ਤੋਂ ਭਟਕਣ ਦੀ ਸੱਗ ਨੂੰ ਤੁਸੀਂ ਕਦੇ ਵੀ ਭੜਕਾਉਣ ਦੀ ਕੋਸ਼ਿਸ਼ ਨਹੀਂ ਕਰਨਾ। ਤੁਹਾਨੂੰ ਜਦੋਂ ਵੀ ਕਦੇ ਲੱਗੇ ਕਿ ਕੋਈ ਜੀਵਨ 'ਚ ਇਸ ਤਰ੍ਹਾਂ ਦੇ ਹਾਲਾਤ ਆ ਰਹੇ ਹਨ ਜਿਹੜੇ ਤੁਹਾਨੂੰ ਰਹਿਮ, ਕਰਮ ਤੇ ਧਰਮ ਤੋਂ ਦੂਰ ਕਰਦੇ ਹਨ, ਤੁਸੀਂ ਉਸ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਣਾ ਤੇ ਆਪਣੇ ਅੰਦਰ ਇਹ ਤਿੰਨੋਂ ਜਿਹੜੇ ਗੁਣ ਹਨ ਇਹਨਾਂ ਨੂੰ ਸੰਭਾਲ ਕੇ ਰੱਖਣਾ, ਇਹਨਾਂ ਨੂੰ ਖਤਮ ਨਹੀਂ ਹੋਣ ਦੇਣਾ, ਕਿਉਂਕਿ ਇਹ ਸਿੱਖ ਧਰਮ ਦੀ ਜਿਹੜੇ ਨੀਂਹ ਹੈ, ਰਹਿਮ, ਧਰਮ ਤੇ ਕਰਮ, ਇਹ ਨੀਂਹ ਹੈ, ਇਸ ਨੂੰ ਕਦੇ ਵੀ ਖਤਮ ਨਹੀਂ ਹੋਣ ਦੇਣਾ। ਸੋ ਅਗਲਾ ਤੀਸਰਾ ਪੈਰਾ ਹੈ ਗੁਰੂ ਉਪਦੇਸ਼ ਕਵਿਤਾ ਦਾ। ਕਵੀ ਕਹਿ ਰਿਹਾ, ਗਰਮੀ ਸੋਚ ਤੇ ਭਾਰੂ ਨਾ ਹੋਣ ਦੇਣੀ। ਗਰਮੀ ਤੋਂ ਇੱਥੇ ਭਾਵ ਹੈ ਗੁੱਸੇ ਤੋਂ। ਕੀ ਕਹਿ ਰਹੇ ਨੇ ਕਿ ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਜੀਵਨ ਜਾਂਚ ਸੰਬੰਧੀ ਜਦੋਂ ਉਪਦੇਸ਼ ਦੇ ਰਹੇ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਇਹ ਸਿੰਘੋ, ਤੁਸੀਂ ਆਪਣੀ ਸੋਚ ਉੱਪਰ ਕਦੀ ਵੀ ਇੱਕਦਮ ਆਏ ਗੁੱਸੇ ਨੂੰ ਭਾਰੂ ਨਹੀਂ ਹੋਣ ਦੇਣਾ, ਤਾਂ ਹੀ ਉਹ ਰਹੂਗੀ ਹੋਸ਼ ਵਿੱਚ ਸੋਚ ਸਿੰਘੋ। ਕਿ ਅਗਰ ਤੁਸੀਂ ਆਪਣੇ ਗੁੱਸੇ ਨੂੰ ਆਪਣੇ ਉੱਤੇ ਭਾਰੂ ਨਹੀਂ ਹੋਣ ਦੇਵੋਗੇ ਤਦ ਹੀ ਤੁਹਾਨੂੰ ਹੋਸ਼ ਰਹੇਗਾ, ਤਦ ਹੀ ਤੁਸੀਂ ਸਹੀ ਫੈਸਲਾ, ਸਹੀ ਜ਼ਿੰਦਗੀ ਨੂੰ ਜੀ ਸਕੋਗੇ। ਗਰਮੀ ਆਵੇ ਜੇ ਸੋਚ ਨੂੰ ਲੁਹਣ ਵਾਣੀ, ਜਿਸ ਤਰ੍ਹਾਂ ਦਾ ਇੰਨਾ ਗੁੱਸਾ ਆਵੇ ਕਿ ਜਿਹੜੀ ਤੁਹਾਡੀ ਸੋਚਣ ਸਮਝਣ ਦੀ ਸ਼ਕਤੀ ਨੂੰ ਖਤਮ ਕਰ ਰਹੀ ਹੋਵੇ, ਕਿ ਤੁਹਾਡੀ ਸੋਚ ਉੱਤੇ ਪਰਦਾ ਪਾ ਰਹੀ ਹੋਵੇ, ਇਹੋ ਜਿਹਾ ਗੁੱਸਾ ਆਵੇ। ਐਸੀ ਗਰਮੀ ਨੂੰ ਲਿਓ ਫਿਰ ਬੋਝ ਸਿੰਘੋ, ਐਸੀ ਗਰਮੀ, ਐਸੇ ਗੁੱਸੇ ਨੂੰ ਫਿਰ ਕੰਟਰੋਲ ਕਰ ਲਿਓ, ਉਸ ਨੂੰ ਖਤਮ ਕਰ ਦਿਓ, ਐਸੀ ਗਰਮੀ ਨੂੰ ਖਤਮ ਕਰ ਦਿਓ, ਐਸਾ ਗੁੱਸਾ ਖਤਮ ਕਰ ਦਿਓ ਜੋ ਤੁਹਾਡੀ ਸੋਚਣ ਸਮਝਣ ਦੀ ਸ਼ਕਤੀ ਨੂੰ ਖਤਮ ਕਰ ਰਹੀ ਹੋਏ। ਆਪਣੇ ਸੋਚ ਉੱਤੇ ਕਦੀ ਵੀ ਗੁੱਸੇ ਨੂੰ ਭਾਰੂ ਜਿਹੜਾ ਕਿ ਨਹੀਂ ਹੋਣ ਦੇਣਾ।
अगले पैरे 'ਚ कह रहे हैं अपनी किरत चो कट दसौंद दसवां। दसौंद दसवां मतलब 10वां हिस्सा, यानी कि तुसी अपनी कमाई का 10वां हिस्सा जरूर कड्डो। 10वां हिस्सा यानी कि जे तुसी 100 रुपये कमा रहे तो उसका 10वां हिस्सा कितना होया, 10 रुपये, वो जरूर कड्डने ने। अपनी किरत चो कट दसौंद दसवां लोड़वंदां दे लेखे हिला देना, कि अपनी कमाई चो 10वां हिस्सा कढ़ के ज़रूरतमंद, लोड़वंद यानी कि ज़रूरतमंद दे लेखे जरूर ला देना, यानी कि ज़रूरतमंद की मदद करने विच लगाना अपनी कमाई का 10वां हिस्सा। भुखा कोई द्वारे आके टुक मंगे। टुक मंगे मतलब रोटी मंगे। जे कोई भिखारी या गरीब या जिन्होंने भुख लगी तुहाडे घर आके तुहाडे दरवाजे ते आके रोटी मंगदा है, भोजन उस ताईं तुसां छका देना। छका देना मतलब खिला देना, कि उसनूं रोटी जरूर खिलाना। अपने घर तो तुहाडे आके कोई रोटी मंगदा तो उसनूं रोटी जरूर खवानी, उसनूं भुखा नहीं जाण देना। अगे 5वां पैरा है गुरु उपदेश कविता का। इस विच कह रहे हैं ਉੱਚਾ ਨੀਵਾਂ ਨਾ ਕੋਈ ਵੀ ਜਗ ਅੰਦਰ, ਕਿ ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਸਮਝਾਇਆ ਸੀ, ਉਪਦੇਸ਼ ਦਿੰਦਿਆਂ ਕਿਹਾ ਸੀ ਕਿ ਸੰਸਾਰ ਵਿੱਚ ਸਾਰੇ ਮਨੁੱਖ ਜਿਹੜੇ ਹਨ ਬਰਾਬਰ ਹਨ, ਕੋਈ ਵੀ ਉੱਚਾ ਨੀਵਾਂ, ਗਰੀਬ ਅਮੀਰ, ਚੰਗਾ ਮਾੜਾ ਨਹੀਂ ਹੈ। ਇੱਕੋ ਨੂਰ ਇਲਾਹੀ ਦੇ ਨੇ ਸਭ ਬੰਦੇ, ਕਿ ਮਨੁੱਖ ਜਿਹੜਾ ਹੈ ਇੱਕੋ ਹੀ ਰੱਬ ਦਾ ਬਣਾਏ ਹੋਏ ਬੱਚੇ ਹਨ, ਇਸ ਕਰਕੇ ਕੋਈ ਵੀ ਉੱਚਾ ਨੀਵਾਂ ਨਹੀਂ ਹੈ। ਬੰਦੇ ਰੱਬ ਦੇ ਸਮਝ ਕੇ ਪਿਆਰ ਕਰਨਾ, ਇਸ ਲਈ ਤੁਸੀਂ ਸਭ ਨੇ, ਤੁਸੀਂ ਸਿੱਖੀ ਦੇ ਰਾਹ ਉੱਤੇ ਚੱਲਦੇ ਹੋਏ ਹਰ ਮਨੁੱਖ ਨੂੰ ਰੱਬ ਦਾ ਬੰਦਾ, ਰੱਬ ਦਾ ਬੱਚਾ ਸਮਝ ਕੇ ਪਿਆਰ ਕਰਨਾ ਹੈ। ਨਾ ਬੋਲਣੇ ਕਿਸੇ ਨੂੰ ਵੀ ਮੰਦੇ ਦਾ ਮਤਲਬ ਹੁੰਦਾ ਬੁਰਾ ਬੋਲ, ਔਖਾ ਬੋਲ ਜਾਂ ਗੁੱਸੇ ਵਾਲਾ ਜਾਂ ਮਾੜਾ ਬੋਲ, ਗਾਲੀ ਗਲੋਚ ਇੰਜ ਨਹੀਂ ਕਰਨਾ, ਕਿ ਕਿਸੇ ਨਾਲ ਵੀ ਮੰਦਾ ਬੋਲ, ਬੁਰਾ ਬੋਲ ਜਿਹੜਾ ਹੈ ਨਹੀਂ ਬੋਲਣਾ। ਹਰ ਇੱਕ ਨੂੰ, ਹਰ ਇਨਸਾਨ ਨੂੰ, ਹਰ ਮਨੁੱਖ ਨੂੰ ਰੱਬ ਦਾ ਬੱਚਾ, ਰੱਬ ਦਾ ਬੰਦਾ ਸਮਝ ਕੇ ਪਿਆਰ ਕਰਨਾ ਹੈ। अगले पैरे 'ਚ कह रहे हैं गऊ गरीब ते औरत दी करो राखी, कि गुरु जी ने अपने ਸਿੰਘਾਂ ਨੂੰ उपदेश ਦਿੰਦੇ कैसे कि तुसी हमेशा गऊ यानी कि गाय दी, गरीब ते औरत दी हमेशा जिहड़ी ही रखिया करनी है। जबर जुल्म ते कदे नहीं राह पैना, ते इन्हां उपर कदे भी जबर या जुल्म नहीं करना। किन्ना उपर नहीं करना, वैसे तो किसी उपर भी नहीं करना, पर इस पैरे 'ਚ क्या गया है गऊ गरीब ते औरत उत्ते कदे भी जबर जुल्म जिहड़ा है नहीं करना। लालच विच आके धीआं वेचना ना, कदे भी लालच आके अपनी धीआं बेटियां नूं वेचना ना ही। मूँहों मंग के ना कदे दाज लैना, ते मूँहों मंग के कदे भी दहेज या दाज जिहड़ा हुंदा है वो नहीं लैना, यह चंगी चीज़ नहीं है। इत्थे तक तुहाडा 6 पैरे जिहड़े ने हो चुके। अगला पैरा है गुरु उपदेश कविता का, जिस विच गुरु जी कह रहे हैं पंजे बाणियां दे नाल निवाजिया मैं। 5 बाणी यानी कि 5 तरह का जिहड़ा कि पाठ है उन्हें दस्सिया है। गुरु जी ने अपने ਸਿੰਘਾਂ ਨੂੰ उपदेश ਦਿੰਦੇ कैसे कि मैं तुहानूं 5 बाणियां, किहड़ियां बाणियां ने, जपजी साहब, जाप साहब ते प्रसाद सूए, चौपाई साहब ते आनंद साहब नाल मैं तुहानूं निवाजिया है, जिन्हां दा तुसीं नितनेम करना है। यानी कि तुसीं 5 जिहड़ियां बाणियां दा पाठ है, इन्हां नूं 5 बाणियां नूं रोज़ जिहड़ा पढ़ना है। बाणी बाणे ते युद्ध दी पाण पंजे दे के ककार अज खालसे नूं। पहला ने गुरु जी ने कहा है कि 5 बाणियां दे नाल निवाजिया मैं, कि तुहानूं मैं 5 बाणियां जिहड़ियां ने ਉਹ ਦਿੱਤੀਆਂ ਹਨ। ਜਪਜੀ ਸਾਹਿਬ, ਜਾਪ ਸਾਹਿਬ, ਤ੍ਰਿਪਰਸਾਦ ਸੂਏ, ਚੌਪਾਈ ਸਾਹਿਬ ਤੇ ਆਨੰਦ ਸਾਹਿਬ ਨਾਲ ਨਿਵਾਜ਼ਿਆ ਹੈ, ਜਿਨ੍ਹਾਂ ਦਾ ਤੁਸੀਂ ਨਿਤਨੇਮ ਕਰਨਾ, ਤੁਸੀਂ ਇਹਨਾਂ ਨੂੰ ਰੋਜ਼ ਪੜ੍ਹਨਾ ਹੈ। ਪੰਜੇ ਦੇ ਕੇ ਕਕਾਰ ਅੱਜ ਖਾਲਸੇ ਨੂੰ, ਤੇ ਮੈਂ ਨਾਲ ਹੀ 5 ਕਕਾਰ, ਕੇਸ, ਕੰਗਾ, ਕੜਾ, ਕਿਰਪਾਨ ਤੇ ਕਛਹਿਰਾ ਜਿਹੜੇ ਹਨ ਦਿੱਤੇ ਹਨ, ਜਿਨ੍ਹਾਂ ਨੂੰ ਤੁਸੀਂ ਹਮੇਸ਼ਾ ਧਾਰਨ ਕਰਕੇ ਰੱਖਣਾ ਹੈ। ਬਾਣੀ ਬਾਣੇ ਤੇ ਯੁੱਧ ਦੀ ਪਾਣ ਚਾੜੀ ਦੇ ਕੇ ਰਜਵਾ ਪਿਆਰ ਅੱਜ ਖਾਲਸੇ ਨੂੰ। ਇਸ ਤਰ੍ਹਾਂ ਮੈਂ ਖਾਲਸੇ ਨੂੰ ਬਾਣੀ ਅਤੇ ਬਾਣੇ ਦੀ ਪਾਣ ਚੜਾ ਕੇ ਤੇ ਨਾਲ ਹੀ ਰਜਵਾ ਪਿਆਰ ਦੇ ਕੇ ਮਜ਼ਬੂਤ ਕਰ ਦਿੱਤਾ ਹੈ ਆਪਣੇ ਖਾਲਸੇ ਨੂੰ। ਫਿਰ ਅਗਲੇ ਪੈਰੇ ਵਿੱਚ ਗੁਰੂ ਜੀ ਕਹਿ ਰਹੇ ਹਨ ਟੱਕਰ ਲਊ ਜੋ ਜ਼ੁਲਮ ਦੇ ਨਾਲ ਸੂਰਾ। ਗੁਰੂ ਜੀ ਆਪਣੇ ਸਿੰਘਾਂ ਨੂੰ ਉਪਦੇਸ਼ ਦਿੰਦੇ ਕਹਿੰਦੇ ਹਨ ਕਿ ਮੈਂ ਯੁੱਧ ਵਿੱਚ ਹਮੇਸ਼ਾ ਉਸ ਸੂਰਮੇ ਦੇ ਅੰਗ ਸੰਗ ਰਹਾਂਗਾ ਜਿਹੜਾ ਜ਼ੁਲਮ ਦੇ ਖਿਲਾਫ ਟੱਕਰ ਲਏਗਾ, ਜਿਹੜਾ ਜ਼ੁਲਮ ਦੇ ਖਿਲਾਫ ਲੜੇਗਾ। ਯੁੱਧ ਵਿੱਚ ਮੈਂ ਉਸ ਦਾ ਸਾਥ ਦੇਣਾ, ਮੈਂ ਉਸ ਦਾ ਯੁੱਧਾਂ ਵਿੱਚ ਹਮੇਸ਼ਾ ਸਾਥ ਦੇਵਾਂਗਾ ਜਿਹੜਾ ਬੁਰਾਈ ਦੇ ਖਿਲਾਫ ਲੜੇਗਾ। ਲਾਲੋ ਦਲਿਤ ਗਰੀਬਾਂ ਦਾ ਸਾਥ ਦੇ ਕੇ, ਗੁਰੂ ਜੀ ਨਾਲ ਹੀ ਕਹਿੰਦੇ ਨੇ ਕਿ ਅਜਿਹੇ ਸੂਰਮੇ ਜੋ ਕਿ ਬੁਰਾਈ ਦੇ ਖਿਲਾਫ ਲੜਦੇ ਹਨ, ਉਹਨਾਂ ਦਾ ਫਰਜ਼ ਵੀ ਇਹੀ ਨਾਲ ਰਹੇਗਾ ਕਿ ਉਹ ਭਾਈ ਲਾਲੋ ਵਰਗੇ ਗਰੀਬ, ਮਿਹਨਤੀ ਅਤੇ ਸਮਾਜ ਦੇ ਪਿੱਛੇ ਜਿਹੜੇ ਰਹਿ ਜਾਂਦੇ ਨਿਮਨ ਜਾਤੀ ਦੇ ਲੋਕ ਹਨ, ਉਹਨਾਂ ਦਾ ਹਮੇਸ਼ਾ ਸਾਥ ਦੇਣ ਅਤੇ ਨਾਲ ਹੀ ਜ਼ਾਲਮ ਭੂਪਾਂ ਨੂੰ ਹਰ ਪਲ ਮਾਤ ਦੇਣਾ, ਤੇ ਉਹਨਾਂ ਗਰੀਬਾਂ ਦਾ ਲਹੂ ਚੂਸਣ ਵਾਲੇ ਤੇ ਉਹਨਾਂ ਉੱਤੇ ਜ਼ੁਲਮ ਕਰਨ ਵਾਲੇ ਜਿਹੜੇ ਰਾਜੇ ਨੇ, ਭੂਪਾ ਵਰਗੇ ਜਿਹੜੇ ਹਾਕਮ ਜਾਂ ਬੁਰੇ ਰਾਜੇ ਸੀ, ਉਹਨਾਂ ਨੂੰ ਪਛਾੜ ਕੇ ਗਰੀਬਾਂ ਤੇ ਕਿਰਤੀਆਂ ਨੂੰ ਹਮੇਸ਼ਾ ਉਹਨਾਂ ਨੂੰ ਮਦਦ ਕਰਨੀ।
टक्कर लओ जो जुल्म दे नाल सुरा। गुरु जी फिर मैं समझा रही, गुरु जी कह रहे हैं कि जो भी व्यक्ति, जो भी सुरमा बुराई के खिलाफ लड़ेगा, युद्ध विच मैं उसका साथ देना। गुरु जी कहते हैं कि मैं उसका आप युद्ध विच जाके साथ देवांगा। लालो तलित गरीबां दा साथ दे के, लालो भाई लालो वर्गे गरीब किरती दा जिहड़ा साथ देना है, दलित जिहड़े निमन जाति दे लोग हैं उन्हां दा साथ देना है, ते जालिम पुप्पां नूं हर पल मात देना। ते जिहड़े जालिम राजे हुंदे हन, जिहड़े गरीबां दा लहू चूसदे हन, ਉਹਨਾਂ ਨੂੰ ਹਮੇਸ਼ਾ ਮਾਤ ਦੇ ਕੇ ਗਰੀਬਾਂ ਦੀ ਤੁਸਾਂ ਹਮੇਸ਼ਾ ਜਿਹੜੀ ਹੈ ਮਦਦ ਕਰਨੀ ਹੈ। ਇਹ ਸਭ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਂ ਨੂੰ ਖਾਲਸਾ ਪੰਥ ਦੀ ਸਾਜਨਾ ਤੋਂ ਬਾਅਦ ਜਿਹੜਾ ਕਿ ਜੋ ਉਪਦੇਸ਼ ਦੇ ਰਹੇ ਹਨ, ਇਹ ਸਭ ਉਹ ਹੈ। ਗੁਰੂ ਉਪਦੇਸ਼ ਦੇ ਅਗਲੇ ਕਵਿਤਾ ਦੇ 9ਵੇਂ ਪੈਰੇ ਵਿੱਚ ਗੁਰੂ ਜੀ ਕਹਿ ਰਹੇ ਹਨ, ਇੱਕੋ ਬਾਟੇ ਵਿੱਚੋਂ ਅੰਮ੍ਰਿਤ ਤਥਾ ਛਕਿਆ। ਗੁਰੂ ਜੀ ਕਹਿ ਰਹੇ ਹਨ ਕਿ ਤੁਸੀਂ ਸਾਰਿਆਂ ਨੇ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਜਿਹੜਾ ਹੈ ਛਕਾਇਆ ਹੈ। ਰਹੀ ਜਾਤ ਨਾ ਪਾਤ ਅੱਜ ਖਾਲਸੇ ਦੀ। ਇਸ ਕਰਕੇ ਤੁਹਾਡੇ ਵਿੱਚ ਅੱਜ ਇੱਕ ਦੂਸਰੇ ਦੇ ਪ੍ਰਤੀ ਜਿਹੜਾ ਵਿਤਕਰਾ ਸੀ, ਛੂਤ ਅਛੂਤ ਦਾ ਫਰਕ ਸੀ, ਅਮੀਰੀ ਗਰੀਬੀ ਦਾ ਫਰਕ ਸੀ, ਉੱਚ ਨੀਚ ਦਾ ਫਰਕ ਸੀ, ਉਹ ਸਭ ਖਤਮ ਹੋ ਗਿਆ ਹੈ। ਯਾਨੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਤਾਂ ਜਦੋਂ ਖਾਲਸਾ ਪੰਥ ਦੇ 5 ਪਿਆਰੇ ਬਣਾਏ ਸਨ, ਤਾਂ ਸਾਰਿਆਂ ਨੂੰ ਇੱਕੋ ਬਾਟੇ ਵਿੱਚ ਯਾਨੀ ਕਿ ਇੱਕੋ ਬਰਤਨ ਵਿੱਚੋਂ ਅੰਮ੍ਰਿਤ ਛਕਾਇਆ ਸੀ। ਇਸ ਵਾਸਤੇ ਛਕਾਇਆ ਸੀ ਕਿ ਕੋਈ ਇਹ ਨਾ ਕਹੇ ਕਿ ਅਮੀਰ ਹੈ, ਗਰੀਬ ਆ, ਇਹ ਨਿਮਨ ਜਾਤੀ ਹੈ, ਉੱਚ ਜਾਤੀ ਹੈ। ਜਾਤ ਪਾਤ ਖਤਮ ਕਰਨ ਵਾਸਤੇ ਗੁਰੂ ਜੀ ਨੇ ਇੱਕੋ ਬਾਟੇ ਵਿੱਚੋਂ ਸਾਰਿਆਂ ਨੂੰ ਅੰਮ੍ਰਿਤ ਛਕਾਇਆ ਸੀ, ਤਾਂ ਕਿ ਜਾਤ ਪਾਤ ਜਿਹੜੀ ਹੈ ਸੰਸਾਰ 'ਚੋਂ ਹੀ ਖਤਮ ਹੋ ਜਾਏ। ਇੱਕੋ ਰੂਪ ਸਰੂਪ ਤੇ ਧਰਮ ਇੱਕੋ, ਸਾਂਝੀ ਵਾਲਤਾ ਦਾਤ ਅੱਜ ਖਾਲਸੇ ਦੀ। ਕਹਿ ਰਹੇ ਗੁਰੂ ਜੀ ਕਹਿ ਰਹੇ ਹਨ ਕਿ ਅੱਜ ਮੈਂ ਖਾਲਸੇ ਨੂੰ ਇੱਕੋ ਰੂਪ ਸਰੂਪ ਤੇ ਧਰਮ ਦਿੱਤਾ ਹੈ। ਅੱਜ ਤੁਹਾਨੂੰ ਮੇਰੇ ਕੋਲੋਂ ਸਾਂਝੀ ਵਾਲਤਾ ਮਿਲੀ ਹੈ, ਯਾਨੀ ਕਿ ਅੱਜ ਮੈਂ ਤੁਹਾਡੇ ਵਿੱਚ ਪਿਆਰ ਭਰਿਆ ਹੈ, ਸਾਂਝੀ ਵਾਲਤਾ ਭਰੀ ਹੈ। ਤੁਸੀਂ ਹੁਣ ਆਪਸ 'ਚ ਕੋਈ ਵੀ ਭੇਦਭਾਵ ਨਾ ਕਰੋ ਕਿ ਇਹ ਗਰੀਬ ਹੈ ਜਾਂ ਅਮੀਰ ਹੈ। ਇਹ ਜਿਹੜੀ ਖਾਲਸਾ ਪੰਥ ਹੈ, ਖਾਲਸੇ ਦੀ ਇਹ ਪਹਿਚਾਣ ਹੈ ਕਿ ਇਸ ਵਿੱਚ ਕੋਈ ਜਾਤ ਪਾਤ ਨਹੀਂ ਹੈ, ਕੋਈ ਊਚ ਨੀਚ ਨਹੀਂ ਹੈ, ਕੋਈ ਗਰੀਬੀ ਅਮੀਰੀ ਦਾ ਫਰਕ ਨਹੀਂ ਹੈ। ਸਾਰੇ ਮਨੁੱਖ ਪਰਮਾਤਮਾ ਦੇ ਬੱਚੇ ਹਨ ਔਰ ਸਾਰੇ ਬਰਾਬਰ ਹਨ। ਇਹੀ ਜਿਹੜਾ ਹੈ ਕਿ ਖਾਲਸਾ ਦਾ ਜਿਹੜਾ ਉਪਦੇਸ਼ ਮੁੱਖ ਹੈ। ਇਸ ਕਰਕੇ ਅੱਜ ਤੋਂ ਕਹਿ ਰਹੇ ਕਿ ਤੁਹਾਡੇ ਵਿੱਚ ਕੋਈ ਵੀ ਭਿੰਨ ਭੇਦ ਜਿਹੜਾ ਹੈ ਨਹੀਂ ਰਿਹਾ। ਫਿਰ ਅੱਗੇ ਗੁਰੂ ਜੀ ਕਹਿ ਰਹੇ ਹਨ, ਮੁਨਕਰ ਜਦੋਂ ਅਸੂਲਾਂ ਤੋਂ ਪੰਥ ਹੋਇਆ। ਮੁਨਕਰ ਹੁੰਦਾ ਹੈ ਕਿ ਨਾ ਮੰਨਣਾ ਕਿਸੇ ਚੀਜ਼ ਨੂੰ, ਤੁਸੀਂ ਕਿਸੇ ਗੁਰੂ ਦਾ ਉਪਦੇਸ਼ ਨਾ ਮੰਨਣਾ ਜਾਂ ਦੱਸੇ ਹੋਏ ਮਾਰਗ ਤੇ ਨਾ ਚੱਲਣਾ। ਮੁਨਕਰ ਜਦੋਂ ਅਸੂਲਾਂ ਤੋਂ ਪੰਥ ਹੋਇਆ। ਗੁਰੂ ਜੀ ਨੇ ਆਪਣੇ ਸਿੰਘਾਂ ਨੂੰ ਕਿਹਾ ਕਿ ਜਦੋਂ ਅਗਰ ਤੁਸੀਂ ਮੇਰੇ ਦੱਸੇ ਹੋਏ ਧਰਮ ਦੇ ਅਸੂਲਾਂ ਤੋਂ ਚੱਲਣ ਤੋਂ ਇਨਕਾਰੀ ਹੋ ਗਏ, ਤੁਸੀਂ ਉਹਨਾਂ 'ਤੇ ਚੱਲਣਾ ਨਹੀਂ ਸਹੀ ਲੱਗਾ, ਤੁਹਾਨੂੰ ਤੁਸੀਂ ਉਸ 'ਤੇ ਨਾ ਚੱਲੇ, ਮੈਂ ਨਹੀਂ ਸਾਥ ਦੇਣਾ, ਇਹ ਸਮਝ ਲੈਣਾ। ਗੁਰੂ ਜੀ ਨੇ ਕਿਹਾ ਕਿ ਤੁਸੀਂ ਸਮਝ ਲੈਣਾ ਕਿ ਫਿਰ ਮੈਂ ਤੁਹਾਡਾ ਸਾਥ ਨਹੀਂ ਦੇਵਾਂਗਾ, ਮੈਂ ਤੁਹਾਡਾ ਗੁਰੂ ਨਹੀਂ ਰਹਾਂਗਾ, ਮੈਂ ਤੁਹਾਡਾ ਸਾਥ ਨਹੀਂ ਦੇਵਾਂਗਾ ਜੇ ਤੁਸੀਂ ਮੇਰੇ ਦੱਸੇ ਹੋਏ ਰਸਤੇ 'ਤੇ ਨਹੀਂ ਚੱਲੋਗੇ। ਮੇਰੀ ਹੋਂਦ ਹੈ ਸਿਧਾਂਤ ਦੇ ਸੱਚ ਅੰਦਰ ਲੱਭਣਾ ਹੋ ਇਹਨਾਂ ਦੇ ਰਮਜ਼ ਲੈਣਾ। ਫਿਰ ਗੁਰੂ ਜੀ ਕਹਿ ਰਹੇ ਨੇ ਕਿ ਮੈਂ ਉੱਥੇ ਹੀ ਮੌਜੂਦ ਰਵਾਂਗਾ ਜਿੱਥੇ ਸਿੱਖ ਪੰਥ ਨੂੰ ਮੰਨਣ ਵਾਲੇ, ਸਿੱਖਾਂ ਦੇ ਸਿੱਖੀ ਧਰਮ ਦੇ ਬਣਾਏ ਹੋਏ ਅਸੂਲਾਂ 'ਤੇ ਚੱਲਣ ਵਾਲੇ ਲੋਕ ਹੋਣਗੇ। ਉਸ ਸਿੱਖ ਧਰਮ ਦੇ ਬਣਾਏ ਹੋਏ ਅਸੂਲਾਂ ਨੂੰ ਅਪਣਾ ਕੇ ਚੱਲਣਗੇ। ਤੁਹਾਨੂੰ ਭੇਦ ਦੀ ਗੱਲ ਅਸੂਲਾਂ ਨੂੰ ਸਹੀ ਅਰਥ ਵਿੱਚ ਅਪਣਾਉਂਦਿਆਂ ਹੀ ਸਮਝ ਆਏਗੀ। ਯਾਨੀ ਕਿ ਗੁਰੂ ਜੀ ਕਹਿ ਰਹੇ ਹਨ ਕਿ ਅਗਰ ਤੁਸੀਂ ਮੇਰੇ ਦੱਸੇ ਹੋਏ ਮਾਰਗ 'ਤੇ ਨਹੀਂ ਚੱਲੋਗੇ, ਮੇਰੇ ਦੱਸੇ ਹੋਏ ਉਪਦੇਸ਼ ਦੇ ਅਨੁਸਾਰ ਨਹੀਂ ਚੱਲੋਗੇ, ਤਾਂ ਮੈਂ ਤੁਹਾਡਾ ਫਿਰ ਸਾਥ ਨਹੀਂ ਦੇਵਾਂਗਾ, ਗੁਰੂ ਬਣ ਕੇ ਤੁਹਾਡਾ ਸਾਥ ਹਮੇਸ਼ਾ ਨਹੀਂ ਦੇਵਾਂਗਾ। ਮੇਰੀ ਜਿਹੜੀ ਸੋਚ ਹੈ, ਜੋ ਸਿਧਾਂਤ ਬਣਾਏ ਹਨ, ਮੈਂ ਉੱਥੇ ਹੀ ਮੌਜੂਦ ਰਵਾਂਗਾ ਜਿੱਥੇ ਉਹ ਸਿਧਾਂਤਾਂ ਨੂੰ ਮੰਨਣ ਵਾਲੇ ਲੋਕ ਹੋਣਗੇ। ਅਗਰ ਤੁਸੀਂ ਮੇਰਾ ਭੇਦ ਪਾਉਣਾ ਹੈ, ਅਗਰ ਮੈਨੂੰ ਸਮਝਣਾ ਹੈ, ਅਗਰ ਮੈਨੂੰ ਆਪਣੇ ਗੁਰੂ ਨੂੰ ਸਮਝਣਾ ਹੈ, ਤਾਂ ਤੁਹਾਨੂੰ ਸਹੀ ਅਰਥਾਂ ਵਿੱਚ ਮੇਰੇ ਦੱਸੇ ਹੋਏ ਜਿਹੜੇ ਅਸੂਲ ਨੇ ਉਹਨਾਂ ਨੂੰ ਅਪਣਾਉਣਾ ਪਏਗਾ ਤੇ ਉਹਨਾਂ 'ਤੇ ਚੱਲਣਾ ਪਏਗਾ। ਜਿਉਂ ਹੀ ਤੁਸੀਂ ਉਹਨਾਂ ਅਸੂਲਾਂ 'ਤੇ ਚੱਲੋਗੇ, ਤੁਹਾਨੂੰ ਆਪਣੇ ਗੁਰੂ ਦੀ ਸਮਝ ਆਪ ਆ ਜਾਏਗੀ। ਫਿਰ ਅਗਲੇ ਬਾਰੇ ਵਿੱਚ ਗੁਰੂ ਜੀ ਕਹਿ ਰਹੇ ਹਨ, ਕਿਰਤੀ ਕਾਮੇ ਤੇ ਗ੍ਰਸਤੀ ਸਦਾ ਵੱਡੇ। ਗੁਰੂ ਜੀ ਕਹਿੰਦੇ ਹਨ ਕਿ ਜਿਹੜੇ ਕਿਰਤੀ ਹਨ, ਕਿਰਤੀ ਯਾਨੀ ਕਿ ਜਿਹੜੇ ਮਿਹਨਤ ਕਰਨ ਵਾਲੇ, ਕਾਮੇ ਤੇ ਗ੍ਰਸਤੀ ਲੋਕ ਇਹ ਸਭ ਤੋਂ ਉੱਚਾ ਦਰਜਾ ਰੱਖਦੇ ਹਨ। ਇਹਨਾਂ ਵਿੱਚ ਹੀ ਕਰਤਾ ਕਰਤਾਰ ਵਸਦਾ। ਕਹਿੰਦੇ ਇਹਨਾਂ ਵਿੱਚ ਹੀ ਦੁਨੀਆ ਦਾ ਸਿਰਜਣਹਾਰ ਪਰਮਾਤਮਾ ਜਿਹੜਾ ਹੈ ਵਸਦਾ ਹੈ। ਕਿੰਨਾਂ ਵਿੱਚ ਵਸਦਾ ਹੈ? ਕਿਰਤੀ, ਮਿਹਨਤੀ, ਕਾਮੇ, ਮਜ਼ਦੂਰੀ ਕਰਨ ਵਾਲੇ, ਗ੍ਰਸਤੀ, ਇਹਨਾਂ ਵਿੱਚ ਹੀ ਪਰਮਾਤਮਾ ਵਸਦਾ ਹੈ। ਕਿਰਤ ਕਰਤਾ ਰੂਪ ਕਰਤਾਰ ਬਣਦੀ, ਕਿਰਤ ਵਿੱਚ ਹੀ ਸ੍ਰਿਸ਼ਟੀ ਦਾ ਪਿਆਰ ਹੱਸਦਾ। ਕਿਰਤ ਹੀ ਜਿਹੜੀ ਸਿਰਜਣਹਾਰ ਪਰਮਾਤਮਾ ਦਾ ਮੂਲ ਦਾ ਰੂਪ ਧਾਰਨ ਕਰਦੀ ਹੈ ਤੇ ਕਿਰਤ ਵਿੱਚ ਹੀ ਦੁਨੀਆ ਦਾ ਪਿਆਰ ਹੱਸਦਾ ਦਿਖਾਈ ਦਿੰਦਾ ਹੈ। ਕਹਿੰਦਾ ਭਾਵ ਹੈ ਕਿ ਉਹ ਜਿਹੜਾ ਪਰਮਾਤਮਾ ਕਿੱਥੇ ਵਾਸ ਕਰਦਾ ਹੈ? ਕਿਰਤੀ, ਕਾਮੇ ਤੇ ਗ੍ਰਸਤੀ ਵਿੱਚ। ਇਹ ਸਭ ਤੋਂ ਵੱਡੇ ਹਨ, ਇਹਨਾਂ ਵਿੱਚ ਕਰਤਾਰ ਪਰਮਾਤਮਾ ਆਪ ਵਸਦਾ ਹੈ। ਫਿਰ ਗੁਰੂ ਜੀ ਕਹਿ ਰਹੇ ਹਨ ਕਿ ਜਿਹੜੇ ਇਹ ਕਿਰਤ ਜਿਹੜੀ ਹੈ ਕਰਨਾ ਹੈ, ਕਿਰਤ ਕਰਨ ਦੇ ਨਾਲ ਹੀ ਦੁਨੀਆ ਵਿੱਚ ਜਿਹੜਾ ਕਿ ਪਿਆਰ ਹੱਸਦਾ ਹੈ, ਪਿਆਰ ਵਸਦਾ ਹੈ। ਔਰ ਕਿਰਤ ਜਿਹੜਾ ਕਰਦਾ ਹੈ ਉਸ ਵਿੱਚ ਪਰਮਾਤਮਾ ਦਾ ਰੂਪ ਜਿਹੜਾ ਆਪ ਸਾਨੂੰ ਜਿਹੜਾ ਕਿ ਨਜ਼ਰ ਆਉਂਦਾ ਹੈ। ਫਿਰ ਅਗਲੇ ਪੈਰੇ ਵਿੱਚ ਗੁਰੂ ਜੀ ਕਹਿ ਰਹੇ ਹਨ, ਝੋਲੀ ਪਾਇਆ ਮੈਂ ਖਾਲਸਾ ਪੰਥ ਤੁਹਾਡੀ।
ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਉਪਦੇਸ਼ ਦੇਣ ਦੇ ਅੰਤ ਵਿੱਚ ਕਿਹਾ ਕਿ ਮੈਂ ਤੁਹਾਡੀ ਝੋਲੀ ਵਿੱਚ ਖਾਲਸਾ ਪੰਥ ਪਾਇਆ ਹੈ, ਇਹਦੀ ਖਾਲਸਾ ਜੀ ਸਾਂਭ ਸੰਭਾਲ ਕਰਨੀ। ਹੁਣ ਖਾਲਸਾ ਜੀ ਤੁਸੀਂ ਇਸ ਦੀ ਰਹਿਤ ਬਹਿਤ ਦੀ ਸੰਭਾਲ ਕਰਨਾ ਹੈ। ਰਹਿਤ ਬਹਿਤ ਮਤਲਬ ਜਿਹੜੇ ਅਸੂਲ, ਜਿਹੜੇ ਉਪਦੇਸ਼, ਜਿਹੜੇ ਵੀ ਫਰਜ਼, ਜਿਹੜੇ ਵੀ ਸਿਧਾਂਤ ਬਣਾਏ ਹਨ, ਇਹਨਾਂ ਉੱਪਰ ਚੱਲਣਾ ਅਤੇ ਇਹਨਾਂ ਨੂੰ ਬਰਕਰਾਰ ਰੱਖਣਾ। ਮੈਂ ਚਾਹੁੰਦਾ ਹਾਂ ਕਿ ਇਹਦੀ ਸੋਚ ਵਿੱਚ ਸੱਜਰੇ ਫੁੱਲ ਤਰਨੇ, ਇਹਦੇ ਬਦਨ ਵਿੱਚ ਸੁੱਚੀ ਖੁਸ਼ਬੂ ਭਰਨੀ। ਗੁਰੂ ਜੀ ਕਹਿ ਰਹੇ ਨੇ ਕਿ ਮੈਂ ਚਾਹੁੰਦਾ ਕਿ ਤੁਸੀਂ ਇਸ ਦੀ ਸੋਚ ਵਿੱਚ ਸਦਾ ਅੱਛੇ ਵਿਚਾਰਾਂ ਦੇ ਫੁੱਲ ਜਿਹੜੇ ਹੈ ਬਣਾਈ ਰੱਖੋ, ਬਰਕਰਾਰ ਰੱਖੋ, ਤੇ ਇਸ ਦੇ ਸਰੀਰ ਵਿੱਚ ਅਮਲਾਂ ਦੀ ਜਿਹੜੀ ਸੱਚੀ ਖੁਸ਼ਬੂ ਭਰਦੇ ਰਹੋ। ਯਾਨੀ ਕਿ ਜੋ ਵੀ ਮੈਂ ਸਿਧਾਂਤ ਬਣਾਏ ਨੇ ਖਾਲਸਾ ਪੰਥ ਦੇ, ਉਹਨਾਂ ਦੀ ਤੁਸੀਂ ਸਾਂਭ ਸੰਭਾਲ ਕਰਨਾ। ਜਿਵੇਂ ਕਿਸ ਤਰ੍ਹਾਂ ਖਾਲਸਾ ਪੰਥ ਦੇ ਕੀ ਸਿਧਾਂਤ ਜਿਸ ਤਰ੍ਹਾਂ ਬਣਾਏ ਸੀ ਕਿ ਜਾਤ ਪਾਤ ਖਤਮ ਕੀਤੀ ਸੀ, ਔਰ ਇੱਕੋ ਬਾਟੇ 'ਚ ਅੰਮ੍ਰਿਤ ਛਕਾ ਕੇ ਗਊ ਗਰੀਬ ਤੇ ਔਰਤ ਦੀ ਰੱਖਿਆ ਕਰਨੀ ਹੈ, ਦਹੇਜ ਨਹੀਂ ਲੈਣਾ, ਧੀਆਂ ਨੂੰ ਨਹੀਂ ਵੇਚਣਾ, ਜੋ ਵੀ ਹੋਰ ਵੀ ਕਮਾਈ ਦਾ 10ਵਾਂ ਹਿੱਸਾ ਕੱਢਣਾ, ਜੋ ਵੀ ਖਾਲਸਾ ਪੰਥ ਦੇ ਸਿਧਾਂਤ ਨੇ, ਗੁਰੂ ਜੀ ਨੇ ਕਿਹਾ ਕਿ ਇਹਨਾਂ ਦੀ ਤੁਸੀਂ ਹੁਣ ਆਪ ਸੰਭਾਲ ਕਰਨੀ ਹੈ। ਜੋ ਇਹ ਸਿਧਾਂਤ ਬਣਾਏ ਨੇ ਇਹਨਾਂ ਨੂੰ ਕਿਸ ਤਰ੍ਹਾਂ ਇਹਨਾਂ ਨੂੰ ਹਮੇਸ਼ਾ ਅਮਲ ਵਿੱਚ ਲਿਆਉਣਾ, ਯਾਨੀ ਕਿ ਇਹਨਾਂ ਨੂੰ ਵਰਤਣਾ ਆਪਣੇ ਜੀਵਨ ਜਾਚ ਵਿੱਚ, ਆਪਣੇ ਵਿਵਹਾਰ ਵਿੱਚ, ਆਪਣੇ ਰੋਜ਼ ਦੇ ਨਿਯਮਾਂ ਵਿੱਚ ਇਹਨਾਂ ਨੂੰ ਵਰਤਣਾ। ਇਹ ਨਹੀਂ ਕਿ ਸਿਰਫ ਗੁਰੂ ਜੀ ਨੇ ਨਿਯਮ ਬਣਾਤੇ ਨੇ ਤੁਸੀਂ ਉਹਨਾਂ ਨੂੰ ਬਸ ਇੱਕ ਕਿਤਾਬ 'ਚ ਪੜ੍ਹ ਲਏ ਤੇ ਬਸ ਰੱਖ ਦਿੱਤੋ, ਨਹੀਂ, ਇਹਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਨਾ, ਇਹਨਾਂ ਨੂੰ ਜੀਵਨ ਵਿੱਚ ਇਹਨਾਂ ਦੀ ਵਰਤੋਂ ਕਰਨਾ, ਕਮਾਈ ਦਾ 10ਵਾਂ ਹਿੱਸਾ ਕੱਢਣਾ, ਕਿਸੇ ਗਰੀਬ ਦੀ ਮਦਦ ਹਮੇਸ਼ਾ ਕਰਨਾ, ਕੋਈ ਤੁਹਾਡੇ ਦੁਆਰ 'ਤੇ ਆ ਕੇ ਰੋਟੀ ਮੰਗੇ ਤਾਂ ਉਹਨੂੰ ਰੋਟੀ ਖਵਾਉਣਾ, ਔਰ ਕਿਸੇ ਵੀ ਕਦੀ ਵੀ ਗਊ ਗਰੀਬ ਤੇ ਔਰਤ ਦੇ ਉੱਪਰ ਜ਼ੁਲਮ ਨਾ ਕਰਨਾ, ਬੁਰਾਈ ਦੇ ਖਿਲਾਫ ਖੜੇ ਹੋਣਾ, ਔਰ ਜਿਹੜੇ ਵੀ ਤੁਹਾਨੂੰ 5 ਬਾਣੀਆਂ ਦਾ ਪਾਠ ਦਿੱਤਾ ਉਹਨਾਂ ਦਾ ਨਿਤਨੇਮ ਕਰਨਾ, ਜਿਹੜੇ 5 ਕਕਾਰ ਬਖਸ਼ੇ ਨੇ ਉਹਨਾਂ ਨੂੰ ਧਾਰਨ ਕਰਨਾ। ਹੋਰ ਵੀ ਜੋ ਗੁਰੂ ਜੀ ਨੇ ਸਾਰੇ ਉਪਦੇਸ਼ ਦਿੱਤੇ ਹਨ ਉਹਨਾਂ ਨੂੰ ਤੁਸੀਂ ਹਮੇਸ਼ਾ ਜਿਹੜਾ ਹੈ ਕਿ ਬਣਾ ਕੇ ਰੱਖਣਾ, ਉਹਨਾਂ 'ਤੇ ਅਮਲ ਕਰਨਾ, ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰਨਾ। ਸੋ ਇਹ ਸੀ ਕਵਿਤਾ ਗੁਰੂ ਉਪਦੇਸ਼ ਪਵਨ ਹਰਚੰਦਪੁਰੀ ਦੀ ਲਿਖੀ ਹੋਈ। ਉਮੀਦ ਕਰ ਰਹੀ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਗਈ ਹੋਏਗੀ, ਪਰ ਫਿਰ ਵੀ ਜੇ ਕੋਈ ਚੀਜ਼ ਨਹੀਂ ਸਮਝ ਆ ਗਈ, ਰਹਿ ਗਈ ਹੈ, ਕਮੈਂਟ ਬਾਕਸ ਵਿੱਚ ਲਿਖ ਦਿਓ, ਮੈਂ ਉਸਨੂੰ ਦੁਬਾਰਾ ਹੱਲ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ। ਧੰਨਵਾਦ।